ਤੇ ਪਿਛਲੇ ਜ਼ਮਾਨਿਆਂ ਦੇ ਵਿੱਚ ਜਿਹੜੇ ਮਕਾਨ ਹੁੰਦੇ ਸੀ ਉੱਤੇ ਇੱਕ ਮੁੱਗ ਰੱਖਿਆ ਹੁੰਦਾ ਸੀ ਚਾਨਣ ਪੈਣ ਦੇ ਵਾਸਤੇ। ਉਹ ਦੁਕਾਨ ਦੇ ਉੱਤੇ ਇੱਕ ਮੁੱਗ ਰੱਖਿਆ ਹੁੰਦਾ ਸੀ। ਉੱਤੇ ਸੰਮਣ ਬੈਠ ਗਿਆ ਤੇ ਆਪਣੇ ਪੁੱਤਰ ਮੂਸਣ ਨੂੰ ਉਹਨਾਂ ਨੇ ਥੱਲੇ ਉਤਾਰਤਾ ਦੁਕਾਨ ਦੇ ਵਿੱਚ ਕਿ ਮੂਸਣਾ ਜਿੰਨੀ ਰਸਤ ਚਾਹੀਦੀ ਆ ਉਨੀ ਫੜਾਈ ਜਾ। ਜਦੋਂ ਰਸਤ ਹੋ ਗਈ ਤੇ ਉੱਤੋਂ ਸੰਮਣ ਜੀ ਨੇ ਪਿਤਾ ਨੇ ਕਿਹਾ ਕਿ ਮੂਸਣਾ ਹੁਣ ਰਸਤ ਬਹੁਤ ਹੋ ਗਈ ਆ ਤੇ ਤੂੰ ਹੁਣ ਤਾਂ ਆ ਜਾ। ਜਿਸ ਮੁੱਗ ਥਾਣੀ ਉਤਰਿਆ ਉਸੇ ਥਾਣੀ ਤਾਂ ਚੜਿਆ। ਤੇ ਜਦੋਂ ਦੱਸਦੇ ਕਿ ਮੂਸਣ ਤਾਂ ਨੂੰ ਚੜ੍ਹਨ ਲੱਗਾ ਤੇ ਉੱਥੇ ਸਤਿਗੁਰੂ ਜੀ ਨੇ ਪਰਚਾ ਪਾ ਦਿੱਤਾ। ਉਹ ਮੁੱਗ ਜਿਹੜਾ ਸੀ ਉਹ ਮਿਲ ਗਿਆ। ਹੁਣ ਜਿਹੜਾ ਸੀ ਧੜ ਥੱਲੇ ਰਹਿ ਗਿਆ, ਜਿਹੜਾ ਸਿਰ ਸੀ ਉਹ ਉੱਤੇ ਰਹਿ ਗਿਆ। ਹੁਣ ਨਾ ਧੜ ਥੱਲੇ ਜਾਂਦਾ ਨਾ ਸਿਰ ਉੱਤੇ ਆਉਂਦਾ, ਮੁੱਗ ਮਿਲ ਗਿਆ। ਹੁਣ ਦੋਵੇਂ ਪਿਓ ਪੁੱਤਰ ਬੜੀ ਦੁਵਿਧਾ ਬਣੀ ਤੇ ਆਖਰ ਸੰਮਣ ਜੀ ਨੇ ਕਿਹਾ ਕਿ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ। ਸਤਿਗੁਰੂ ਦੀ ਸੇਵਾ ਵਾਸਤੇ ਪਿਤਾ ਜੀ ਸਿਰ ਵੀ ਦੇਣਾ ਪੈਂਦਾ। ਸੰਮਣ ਜੀ ਨੇ ਤਲਵਾਰ ਦਾ ਇੱਕ ਐਸਾ ਵਾਰ ਕੀਤਾ ਕਿ ਸੰਮਣ ਆਪਣੇ ਪੁੱਤਰ ਮੂਸਣ ਜੀ ਦਾ ਸਿਰ ਕੱਟ ਕੇ ਉਹਨੂੰ ਚੁੱਕ ਕੇ ਘਰ ਲੈ ਆਂਦਾ। ਟੁੱਟਾ ਜਿਹਾ ਮੰਜਾ ਹੈ ਉਹਦੇ ਉੱਤੇ ਸਿਰ ਰੱਖ ਦਿੱਤਾ, ਉੱਤੇ ਚਿੱਟੀ ਚਾਦਰ ਪਾ ਦਿੱਤੀ। ਆਪ ਲੰਗਰ ਦੀ ਸੇਵਾ ਕਰਨ ਦੇ ਵਿੱਚ ਲੱਗ ਗਏ। ਉਧਰ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤਾਂ ਸਮੇਤ ਸ਼ਬਦ ਪੜ੍ਹਦੇ ਆਉਂਦੇ ਆ। ਫਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਜੀ ਆ ਗਏ, ਪੰਗਤਾਂ ਲੱਗ ਗਈਆਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਸੰਮਣਾ ਜਦੋਂ ਤੁਸੀਂ ਪ੍ਰਸ਼ਾਦੇ ਦਾ ਨਿਉਤਾ ਦੇਣ ਗਏ ਸੀ ਉਦੋਂ ਤੁਸੀਂ 2 ਜਾਣੇ ਸੀ, ਪਿਓ ਤੇ ਪੁੱਤਰ। ਹੁਣ ਤੇਰਾ ਪੁੱਤ ਨਹੀਂ ਦੀਦਾ। ਕਹਿੰਦਾ ਮਹਾਰਾਜ ਪ੍ਰਸ਼ਾਦਾ ਛਕੋ, ਨਿਆਣਿਆਂ ਦੇ ਨਾਲ ਖੇਡਦਾ ਹੋਵੇਗਾ ਆਪੇ ਆ ਜਾਵੇਗਾ। ਸਤਿਗੁਰੂ ਕਹਿੰਦੇ ਪਿਆਰ ਦੇ ਵਿੱਚ ਆਣ ਕੇ ਕਹਿੰਦੇ ਸੰਮਣਾ ਆਪਣੇ ਪੁੱਤਰ ਮੂਸਣ ਨੂੰ ਆਵਾਜ਼ ਮਾਰ। ਕਹਿੰਦਾ ਮੈਂ ਤੇ ਕਹਿ ਦਿੱਤਾ ਸਤਿਗੁਰੂ ਜੀ, ਮੇਰੀ ਉੱਥੇ ਆਵਾਜ਼ ਨਹੀਂ ਜਾਂਦੀ ਜਿੱਥੇ ਮੇਰਾ ਲਾਲ ਗਿਆ। ਸਤਿਗੁਰੂ ਜੀ ਕਹਿੰਦੇ ਅੱਜ ਆਵਾਜ਼ ਮਾਰ, ਉਹ ਤੇਰੀ ਆਵਾਜ਼ ਸੁਣੇਗਾ। ਤੇ ਸੰਮਣ ਜੀ ਕਹਿੰਦੇ ਜੇ ਤੂੰ ਸੁੱਤਾ ਹੈ ਤਾਂ ਜਾਗ ਬੱਚਾ ਮੇਰਿਆ। ਸਤਿਗੁਰੂ ਆਵਾਜ਼ਾਂ ਮਾਰਦੇ। ਸਤਿਗੁਰਾਂ ਨੇ ਫਿਰ ਮੂਸਣ ਮੂਸਣ ਕਰਕੇ ਆਵਾਜ਼ਾਂ ਮਾਰੀਆਂ ਤੇ ਮੂਸਣ ਸੰਮਣ ਜੀ ਦਾ ਪੁੱਤਰ ਮੂਸਣ ਜਿਹੜਾ ਉਹ ਫਿਰ ਜਿੰਦਾ ਹੋ ਗਿਆ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਜੋ ਤੁਕ ਆਉਂਦੀ ਹੈ ਨਾ ਸਾਧ ਸੰਗਤ ਜੀ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਵੇਲੇ। ਇਹ ਜਿਹੜਾ ਤੁਕ, ਇਹ ਜਿਹੜੀ ਗੁਰਬਾਣੀ ਦੀ ਤੁਕ ਹੈ ਸਤਿਗੁਰਾਂ ਨੇ ਉਚਾਰੀ ਤੇ ਕਹਿ ਦਿੱਤਾ ਕਿ ਸੰਮਣਾ ਤੇ ਮੂਸਣਾ ਨਾਲੇ ਤੁਹਾਡਾ ਲੋਕ ਸੌਰ ਗਿਆ ਨਾਲੇ ਤੁਹਾਡਾ ਪਰਲੋਕ ਸੌਰ ਗਿਆ। ਸਤਿ ਸ਼੍ਰੀ ਅਕਾਲ ਜੀ। ਬਾਜ ਦਰਸ਼ਨ ਟੀਵੀ ਵੇਖ ਰਹੇ ਹੋ ਤੁਸੀਂ। ਮੈਂ ਹਾਂ ਵਿਸ਼ਾਲ ਕਟਾਰੀਆ, ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਹਿਬਾਜਪੁਰਾ ਵਿਖੇ ਮੌਜੂਦ ਹਾਂ। ਤੁਹਾਨੂੰ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ। ਇਹ ਗੁਰਦੁਆਰਾ ਸਾਹਿਬ ਪਿੰਡ ਸਹਿਬਾਜਪੁਰਾ ਦੇ ਵਿੱਚ ਮੌਜੂਦ ਹੈ ਤੇ ਭਾਈ ਮੂਸਣ ਮੂਸਣ ਜੀ ਦਾ ਇਹ ਗੁਰਦੁਆਰਾ ਹੈ। ਬੜਾ ਇਤਿਹਾਸਿਕ ਇਹ ਗੁਰਦੁਆਰਾ, ਇਸ ਦਾ ਇਤਿਹਾਸ ਪਾਕਿਸਤਾਨ ਦੇ ਨਾਲ ਵੀ ਜੁੜਿਆ ਹੈ। ਇਤਿਹਾਸਕਾਰ ਮੌਜੂਦ ਨੇ, ਗੱਲਬਾਤ ਕਰਦੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਦਾ ਆਖਿਰਕਾਰ ਇਤਿਹਾਸ ਕੀ ਹੈ। ਬੜਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਲੋਕ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਪਹੁੰਚਦੀਆਂ ਨੇ। ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਸ੍ਰੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅਨੰਨ ਭਗਤ, ਬਹੁਤ ਹੀ ਪਿਆਰੇ ਭਗਤ ਬਾਬਾ ਸੰਮਣ ਜੀ ਬਾਬਾ ਮੂਸਣ ਜੀ ਪਿੰਡ ਸਹਿਬਾਜਪੁਰ ਦੇ ਹੋਏ ਆ। ਤੇ ਸਤਿਗੁਰਾਂ ਨੇ ਇਹਨਾਂ ਦੀ ਗੁਰਬਾਣੀ ਜਿਹੜੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1365 ਅੰਗ ਤੇ ਦਰਜ ਕੀਤੀ ਆ। ਚੌ ਬੋਲੇ ਮਹੱਲਾ ਪੰਜਵਾਂ। ਸੰਮਣ ਜਉ ਸਪਰੇਮ ਕੀ ਦਮ ਕੇ ਹੋਤੀ ਸਾਟ, ਰਾਵਣ ਹੁੱਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਇਹ ਬਾਬਾ ਸੰਮਣ ਮੂਸਣ ਜੀ ਦਾ ਗੁਰਦੁਆਰਾ ਜਿਹੜਾ ਇਹ ਪਿੰਡ ਦੇ ਐਨਾ ਵਿਚਕਾਰ ਆ। ਇੱਥੇ ਬਾਬਾ ਜੀ ਦਾ ਘਰ ਆ। ਬਾਬਾ ਸੰਮਣ ਤੇ ਮੂਸਣ ਜੀ ਨੇ ਇੱਥੇ ਭਗਤੀ ਕੀਤੀ, ਪਰ ਅਤ ਦੀ ਗਰੀਬੀ ਹੋਣ ਕਰਕੇ ਆਪਣੇ ਕਾਰੋਬਾਰ ਵਾਸਤੇ ਬਾਬਾ ਸੰਮਣ ਜੀ ਬਾਬਾ ਮੂਸਣ ਜੀ ਲਾਹੌਰ ਚਲੇ ਗਏ। ਲਾਹੌਰ ਡੱਬੀ ਬਾਜ਼ਾਰ ਦੇ ਵਿੱਚ ਤੇ ਖੱਤਰੀਆਂ ਦੀ ਧਰਮਸ਼ਾਲਾ ਹੈ, ਪਾਕਿਸਤਾਨ ਹੈ। ਉੱਥੇ ਖੱਤਰੀਆਂ ਦੀ ਧਰਮਸ਼ਾਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖੀ ਦੇ ਪ੍ਰਚਾਰ ਵਾਸਤੇ ਗਏ ਤੇ ਉਹਨਾਂ ਨੇ ਖੱਤਰੀਆਂ ਦੀ ਧਰਮਸ਼ਾਲਾ ਉੱਥੇ ਆਪਣਾ ਡੇਰਾ ਕੀਤਾ ਤੇ ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਆ। ਸੰਗਤਾਂ ਆਉਂਦੀਆਂ ਦੋਨੋਂ ਟਾਈਮ ਦੀਵਾਨ ਸਾਜਦਾ ਸੰਗਤਾਂ ਲਾਹਾ ਲੈਂਦੀਆਂ। ਤੇ ਇਸੇ ਤਰ੍ਹਾਂ ਸੰਮਣ ਤੇ ਮੂਸਣ ਜੀ ਦੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਨ ਤੇ ਸਾਡੇ ਘਰ ਵੀ
ਚਰਨ ਪਾ ਦੇਣ। ਇਹ ਆਸਾ ਲੈ ਕੇ ਸੰਮਣ ਤੇ ਮੂਸਣ ਜੀ ਲੱਗੇ ਹੋਏ ਦੀਵਾਨ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਲੱਗੇ ਹੋਏ ਦੀਵਾਨ ਦੇ ਵਿੱਚ ਪਹੁੰਚਦੇ ਆ ਤੇ ਇਹ ਪਿੱਛੇ ਸਾਰਿਆਂ ਤੋਂ ਪਿੱਛੇ ਦੋਵੇਂ ਪਿਓ ਪੁੱਤ ਬੈਠ ਜਾਂਦੇ ਆ। ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਆ ਤੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਨੂੰ ਆਪ ਆਵਾਜ਼ ਮਾਰਦੇ ਕਿ ਗੁਰਮੁਖੋ ਕੋਈ ਬਚਨ ਕਰਨਾ, ਤੇ ਕਹਿੰਦੇ ਹਾਂ ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਘਰ ਜਿਸ ਤਰ੍ਹਾਂ ਤੁਸੀਂ ਹੋਰ ਸੰਗਤਾਂ ਦੇ ਘਰ ਚਰਨ ਪਾਉਂਦੇ ਜੇ ਸਾਡੇ ਘਰ ਵੀ ਚਰਨ ਪਾਓ। ਸਤਿਗੁਰਾਂ ਨੇ ਹਾਂ ਕਰ ਦਿੱਤੀ ਕਿ ਫਲਾਣੇ ਦਿਨ ਤੁਹਾਡੇ ਘਰ ਆਵਾਂਗੇ ਤੇ ਚਰਨ ਪਾਵਾਂਗੇ, ਸਾਰੀਆਂ ਸੰਗਤਾਂ ਸਮੇਤ ਆਵਾਂਗੇ। ਇਹ ਪਿਓ ਪੁੱਤਰ ਬਾਬਾ ਸੰਮਣ ਜੀ ਬਾਬਾ ਮੂਸਣ ਜੀ ਬੜੇ ਖੁਸ਼ ਹੋਏ, ਘਰ ਆਏ। ਜਿਹੜਾ ਕੱਚਾ ਘਰ ਸੀ ਉਹਨੂੰ ਲਿੰਬਿਆ ਪੋਚਿਆ ਤੇ ਉੱਥੇ ਹੀ ਲਾਹੌਰ ਦੇ ਵਿੱਚ ਇੱਕ ਸੇਠ ਹੈ, ਉਹਦਾ ਨਾਮ ਹੈ ਜਗਤ ਰਾਮ। ਇਹ ਜਗਤ ਰਾਮ ਦੇ ਕੋਲ ਗਏ ਕਿ ਜਗਤ ਰਾਮ ਨੂੰ ਕਹਿਣ ਲੱਗੇ ਕਿ ਸੇਠ ਜੀ ਸਾਡੇ ਘਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਲਾਣੇ ਦਿਨ ਆਉਣਾ, ਨਾਲ ਸੰਗਤਾਂ ਨੇ ਆਉਣਾ ਤੇ ਤੁਸੀਂ ਸਾਨੂੰ ਰਸਤ ਦੇ ਦਿਓ। ਸੇਠ ਜਗਤ ਰਾਮ ਨੇ ਹਾਂ ਕਰ ਦਿੱਤੀ। ਕਹਿੰਦੇ ਠੀਕ ਆ, ਜਿੱਦਣ ਗੁਰੂ ਮਹਾਰਾਜ ਨੇ ਆਉਣਾ ਹੋਇਆ ਇੱਕ ਦਿਨ ਪਹਿਲਾਂ ਤੁਸੀਂ ਰਸਤ ਲੈ ਜਾਇਓ ਤੇ ਪੈਸੇ ਬਾਅਦ ਚ ਦੇ ਦਿਓ। ਤੇ ਇੱਕ ਹੋਰ ਵੱਡਾ ਸੇਠ ਹੈ, ਉਹਨੂੰ ਜਦੋਂ ਪਤਾ ਲੱਗਾ ਕਿ ਇਹਨਾਂ ਨੇ ਸੰਮਣ ਤੇ ਮੂਸਣ ਨੂੰ ਜਿਹੜੀ ਰਸਤ ਜਿਹੜੀ ਹੈ ਉਧਾਰ ਦੇਣੀ ਹੈ, ਇਹ ਚੱਲ ਕੇ ਜਗਤ ਰਾਮ ਦੇ ਘਰ ਗਏ ਤੇ ਆਵਾਜ਼ ਮਾਰੀ, ਓ ਜਗਤਿਆ ਇੱਧਰ ਬਾਹਰ ਆ, ਮੈਂ ਸੁਣਿਆ ਤੂੰ ਸੰਮਣ ਤੇ ਮੂਸਣ ਜੀ ਨੂੰ ਇਹ ਰਸਤ ਉਧਾਰ ਦੇਣੀ, ਉਹ ਤੇ ਗਰੀਬ ਬੜੇ ਆ, ਉਹਨਾਂ ਨੂੰ ਰਸਤ ਨਾ ਦੇਈ, ਉਹਨਾਂ ਨੇ ਤੇਰੀ ਰਸਤ ਨਹੀਂ ਮੋੜਨੀ ਨਾ ਪੈਸੇ ਮੋੜਨੇ ਆ। ਕਹਿੰਦਾ ਜੀ ਨਹੀਂ ਦਿੰਦਾ। ਹੁਣ ਉਹ ਦਿਨ ਆ ਗਿਆ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਘਰ ਆਉਣਾ, ਸ਼ਾਮਾਂ ਪੈ ਗਈਆਂ, ਅਗਲੇ ਦਿਨ ਸਤਿਗੁਰਾਂ ਨੇ ਘਰ ਆਉਣਾ ਹੈ ਤੇ ਇਹ ਸੇਠ ਜਗਤ ਰਾਮ ਤੇ ਪਿਓ ਪੁੱਤ ਦੋਨੋਂ ਗਏ ਕਿ ਸੇਠ ਜੀ ਸਾਨੂੰ ਹੁਣ ਰਸਤ ਦਿਓ, ਕੱਲ ਨੂੰ ਸਾਡੇ ਘਰ ਸਤਿਗੁਰਾਂ ਜੀ ਨੇ ਆਉਣਾ, ਅਸੀਂ ਪ੍ਰਸ਼ਾਦਾ ਪਾਣੀ ਛਕਾਉਣਾ। ਤੇ ਦੱਸਦੇ ਹਨ ਕਿ ਸੇਠ ਜਿਹੜਾ ਮੁੱਕਰ ਗਿਆ, ਕਹਿੰਦਾ ਵੀ ਮੈਂ ਤੇ ਨਹੀਂ ਦੇ ਸਕਦਾ ਰਸਤ, ਤੁਸੀਂ ਤੇ ਗਰੀਬ ਬਹੁਤ ਜੇ। ਤੇ ਦੱਸਦੇ ਹਨ ਕਿ ਬੜੇ ਪਿਓ ਪੁੱਤਰ ਨਾਰਾਜ਼ ਹੋਏ, ਘਰ ਬੈਠੇ ਹਨ। ਤੇ ਫਿਰ ਜਦੋਂ ਥੋੜਾ ਜਿਹਾ ਰਾਤ ਦਾ ਵਕਫਾ ਬੀਤਿਆ ਤੇ ਇਹ ਪਿਓ ਪੁੱਤਰਾਂ ਨੇ ਸਲਾਹ ਕੀਤੀ ਕਿ ਮੂਸਣ ਕਹਿਣ ਲੱਗਾ ਪਿਤਾ ਜੀ ਆਪਾਂ ਦੁਕਾਨ ਤੇ ਜਾਈਏ ਤੇ ਦੁਕਾਨ ਤੋਂ ਜਿੰਨਾ ਆਪਾਂ ਨੂੰ ਸੌਦਾ ਚਾਹੀਦਾ ਨਾ ਉਹਨਾਂ ਆਪਾਂ ਸੌਦਾ ਉੱਥੋਂ ਚੁੱਕ ਕੇ ਲੈ ਆਈਏ ਤੇ ਬਾਅਦ ਚ ਆਪਾਂ ਦੱਸ ਦਾਂਗੇ ਤੇ ਪੈਸੇ ਵੀ ਦੇ ਦਾਂਗੇ। ਤੇ ਇਹ ਹੁਣ ਦੋਨੋਂ ਜਾਣੇ ਛੱਤ ਦੇ ਉੱਤੇ ਚੜ੍ਹ ਜਾਂਦੇ ਦੁਕਾਨ ਦੀ ਤੇ ਸੰਮਣ ਜੀ ਤੇ ਬਾਬਾ ਮੂਸਣ ਜੀ। ਤੇ ਪਿਛਲੇ ਜ਼ਮਾਨਿਆਂ ਦੇ ਵਿੱਚ ਜਿਹੜੇ ਮਕਾਨ ਹੁੰਦੇ ਸੀ ਉੱਤੇ ਇੱਕ ਮੁੱਗ ਰੱਖਿਆ ਹੁੰਦਾ ਸੀ ਚਾਨਣ ਪੈਣ ਦੇ ਵਾਸਤੇ, ਉਹ ਦੁਕਾਨ ਦੇ ਉੱਤੇ ਇੱਕ ਮੁੱਗ ਰੱਖਿਆ ਹੁੰਦਾ ਸੀ, ਉੱਤੇ ਸੰਮਣ ਬੈਠ ਗਿਆ ਤੇ ਆਪਣੇ ਪੁੱਤਰ ਮੂਸਣ ਨੂੰ ਉਹਨਾਂ ਨੇ ਥੱਲੇ ਉਤਾਰਤਾ ਦੁਕਾਨ ਦੇ ਵਿੱਚ ਕਿ ਮੂਸਣਾ ਜਿੰਨੀ ਰਸਤ ਚਾਹੀਦੀ ਆ ਉਨੀ ਫੜਾਈ ਜਾ। ਜਦੋਂ ਰਸਤ ਹੋ ਗਈ ਤੇ ਉੱਤੋਂ ਸੰਮਣ ਜੀ ਨੇ ਪਿਤਾ ਨੇ ਕਿਹਾ ਕਿ ਮੂਸਣਾ ਹੁਣ ਰਸਤ ਬਹੁਤ ਹੋ ਗਈ ਆ ਤੇ ਤੂੰ ਹੁਣ ਤਾਂ ਆ ਜਾ, ਜਿਸ ਮੁੱਗ ਥਾਣੀ ਉਤਰਿਆ ਉਸੇ ਥਾਣੀ ਤਾਂ ਚੜਿਆ। ਤੇ ਜਦੋਂ ਦੱਸਦੇ ਕਿ ਮੂਸਣ ਤਾਂ ਨੂੰ ਚੜ੍ਹ ਲੱਗਾ ਤੇ ਉੱਥੇ ਸਤਿਗੁਰੂ ਜੀ ਨੇ ਪਰਚਾ ਪਾ ਦਿੱਤਾ, ਉਹ ਮੁੱਗ ਜਿਹੜਾ ਸੀ ਉਹ ਮਿਲ ਗਿਆ। ਹੁਣ ਜਿਹੜਾ ਸੀ ਧੜ ਥੱਲੇ ਰਹਿ ਗਿਆ, ਜਿਹੜਾ ਸਿਰ ਸੀ ਉਹ ਉੱਤੇ ਰਹਿ ਗਿਆ। ਹੁਣ ਨਾ ਧੜ ਥੱਲੇ ਜਾਂਦਾ ਨਾ ਸਿਰ ਉੱਤੇ ਆਉਂਦਾ, ਉਹ ਮੁੱਗ ਮਿਲ ਗਿਆ। ਹੁਣ ਦੋਵੇਂ ਪਿਓ ਪੁੱਤਰ ਬੜੀ ਦੁਵਿਧਾ ਬਣੀ ਤੇ ਆਖਰ ਸੰਮਣ ਜੀ ਨੇ ਕਿਹਾ ਕਿ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ। ਸਤਿਗੁਰੂ ਦੀ ਸੇਵਾ ਵਾਸਤੇ ਪਿਤਾ ਜੀ ਸਿਰ ਵੀ ਦੇਣਾ ਪੈਂਦਾ, ਤੁਸੀਂ ਆਪਣੀ ਤਲਵਾਰ ਦੇ ਨਾਲ ਵਾਰ ਕਰੋ ਤੇ ਮੇਰਾ ਸਿਰ ਵੱਢ ਕੇ ਲੈ ਜਾਓ ਤੇ ਸਤਿਗੁਰਾਂ ਦੀ ਸੇਵਾ ਦੇ ਵਿੱਚ ਵਿਘਨ ਨਾ ਪਵੇ। ਸੰਮਣ ਜੀ ਨੇ ਤਲਵਾਰ ਦਾ ਇੱਕ ਐਸਾ ਵਾਰ ਕੀਤਾ ਕਿ ਸੰਮਣ ਆਪਣੇ ਪੁੱਤਰ ਮੂਸਣ ਜੀ ਦਾ ਸਿਰ ਕੱਟ ਕੇ ਤੇ ਉਹਨੂੰ ਚੁੱਕ ਕੇ ਘਰ ਲੈ ਆਂਦਾ। ਟੁੱਟਾ ਜਿਹਾ ਮੰਜਾ ਹੈ ਉਹਦੇ ਉੱਤੇ ਸਿਰ ਰੱਖ ਦਿੱਤਾ, ਉੱਤੇ ਚਿੱਟੀ ਚਾਦਰ ਪਾ ਦਿੱਤੀ, ਆਪ ਲੰਗਰ ਦੀ ਸੇਵਾ ਕਰਨ ਦੇ ਵਿੱਚ ਲੱਗ ਗਏ। ਉਧਰ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤਾਂ ਸਮੇਤ ਸ਼ਬਦ ਪੜ੍ਹਦੇ ਆਉਂਦੇ ਆ, ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਜੀ ਆ ਗਏ, ਪੰਗਤਾਂ ਲੱਗ ਗਈਆਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਸੰਮਣਾ ਜਦੋਂ ਤੁਸੀਂ ਪ੍ਰਸ਼ਾਦੇ ਦਾ ਨਿਉਤਾ ਦੇਣ ਗਏ ਸੀ ਉਦੋਂ ਤੁਸੀਂ ਦੋ ਜਾਣੇ ਸੀ ਪਿਓ ਤੇ ਪੁੱਤਰ, ਹੁਣ ਤੇਰਾ ਪੁੱਤ ਨਹੀਂ ਦੀਦਾ। ਕਹਿੰਦਾ ਮਹਾਰਾਜ ਪ੍ਰਸ਼ਾਦਾ ਛਕੋ, ਨਿਆਣਿਆਂ ਦੇ ਨਾਲ ਖੇਡਦਾ ਹੋਵੇਗਾ ਆਪੇ ਆ ਜਾਵੇਗਾ। ਸਤਿਗੁਰੂ ਜੀ ਕਹਿਣ ਲੱਗੇ ਨਹੀਂ ਭਾਈ, ਜਿੰਨਾ ਚਿਰ ਪੁੱਤਰ ਤੇਰਾ ਆਉਂਦਾ ਨਹੀਂ ਉਹਨਾਂ ਚਿਰ ਅਸੀਂ ਪ੍ਰਸ਼ਾਦਾ ਨਹੀਂ ਛਕਣਾ, ਉਹਨੂੰ ਆਵਾਜ਼ ਮਾਰ ਉਹ ਵੀ ਸੇਵਾ ਕਰੇ ਤੇ ਆਪਣੇ ਹੱਥ ਪੈਰ ਸਫਲੇ ਕਰ ਲਵੇ। ਫਿਰ ਸੰਮਣ ਜੀ ਨੇ ਸਾਰੀ ਕਥਾ ਜੋ ਵਾਪਰੀ ਸੀ ਉਹ ਸੁਣਾਈ। ਸਤਿਗੁਰੂ ਜੀ ਕਹਿਣ ਲੱਗੇ ਵੀ ਕਿੱਥੇ ਤੇਰਾ ਪੁੱਤਰ? ਕਹਿੰਦੇ ਮਹਾਰਾਜ ਜਿਹੜਾ ਸਿਰ ਲਿਆਂਦਾ ਸੀ ਉਹਦੇ ਨਾਲ ਧੜ ਜੋੜ ਕੇ ਰੱਖ ਦਿੱਤਾ ਹੈ ਤੇ ਉਹ ਜਿਹੜਾ ਜਗਤ ਰਾਮ ਸੀ ਉਹਦੇ
ਦੁਕਾਨ ਜਦੋਂ ਉਹਨੇ ਖੋਲੀ ਉਹਨੂੰ ਪਤਾ ਲੱਗਾ ਕਿ ਮੇਰੀ ਦੁਕਾਨ ਦੇ ਵਿੱਚ ਕੋਈ ਧਰ ਸੁੱਟ ਗਿਆ। ਤੇ ਸੰਮਣ ਜੀ ਨੂੰ ਜਦੋਂ ਜਾ ਕੇ ਕਿਹਾ ਕਿ ਸੰਮਣਾ ਤੂੰ ਰਸਤ ਕਹਿੰਦਾ ਸੀ, ਜਿੰਨੀ ਮਰਜ਼ੀ ਰਸਤ ਲੈ ਆ, ਤੇ ਉਹ ਧੜ ਚੁੱਕ ਕੇ ਸੰਮਣ ਜੀ ਨੇ ਆਪਣੇ ਪੁੱਤਰ ਦਾ ਜਿੱਥੇ ਸਿਰ ਰੱਖਿਆ ਸੀ ਉਹਦੇ ਧੜ ਵੀ ਨਾਲ ਜੋੜ ਕੇ ਰੱਖ ਦਿੱਤਾ। ਉੱਤੇ ਚਿੱਟੀ ਚਾਦਰ ਪਾਈ ਆ, ਚਿੱਟਾ ਕੱਪੜਾ ਪਾਇਆ, ਚਿੱਟਾ ਕੱਪੜਾ ਵੀ ਲਹੂ ਲੁਹਾਨ ਹੋਇਆ। ਹੁਣ ਸਤਿਗੁਰੂ ਜੀ ਗਏ, ਕਹਿੰਦੇ ਕਿੱਥੇ ਤੇਰਾ ਪੁੱਤਰ? ਕਹਿੰਦੇ ਆ ਮਹਾਰਾਜ ਪਿਆ ਤੁਹਾਡੇ ਸਾਹਮਣੇ ਸਭ ਕੁਝ। ਸਤਿਗੁਰੂ ਜੀ ਅੱਖੀਂ ਵੇਖਦੇ ਆ ਕਿ ਸੰਮਣ ਦਾ ਪੁੱਤਰ ਮੂਸਮ ਜਿਹੜਾ ਹੈ ਉਹ ਪਿਆ ਹੈ, ਜਿਹੜੀ ਚਾਦਰ ਹੈ ਉਹ ਵੀ ਚਿੱਟੀ ਚਾਦਰ ਲਹੂ ਲੁਹਾਨ ਹੋਈ ਹੈ। ਸਤਿਗੁਰੂ ਕਹਿੰਦੇ ਪਿਆਰ ਦੇ ਵਿੱਚ ਆਣ ਕੇ ਕਹਿੰਦੇ ਸੰਮਣਾ ਆਪਣੇ ਪੁੱਤਰ ਮੂਸਣ ਨੂੰ ਆਵਾਜ਼ ਮਾਰ। ਕਹਿੰਦਾ ਮੈਂ ਤੇ ਕਹਿ ਦਿੱਤਾ ਸਤਿਗੁਰੂ ਜੀ, ਮੇਰੀ ਉੱਥੇ ਆਵਾਜ਼ ਨਹੀਂ ਜਾਂਦੀ ਜਿੱਥੇ ਮੇਰਾ ਲਾਲ ਗਿਆ। ਸਤਿਗੁਰੂ ਜੀ ਕਹਿੰਦੇ ਅੱਜ ਆਵਾਜ਼ ਮਾਰ, ਉਹ ਤੇਰੀ ਆਵਾਜ਼ ਸੁਣੇਗਾ। ਤੇ ਸੰਮਣ ਜੀ ਕਹਿੰਦੇ ਜੇ ਤੂੰ ਸੁੱਤਾ ਹੈ ਤਾਂ ਜਾਗ ਬੱਚਾ ਮੇਰਿਆ। ਸਤਿਗੁਰੂ ਆਵਾਜ਼ਾਂ ਮਾਰਦੇ, ਸਤਿਗੁਰਾਂ ਨੇ ਫਿਰ ਮੂਸਣ ਮੂਸਣ ਕਰਕੇ ਆਵਾਜ਼ਾਂ ਮਾਰੀਆਂ ਤੇ ਮੂਸਣ ਸੰਮਣ ਜੀ ਦਾ ਪੁੱਤਰ ਮੂਸਣ ਜਿਹੜਾ ਉਹ ਫਿਰ ਜਿੰਦਾ ਹੋ ਗਿਆ। ਦੋਨੋਂ ਪਿਓ ਪੁੱਤਰਾਂ ਨੇ ਸਤਿਗੁਰੂ ਜੀ ਦੇ ਆਣ ਕੇ ਚਰਨਾਂ ਤੇ ਮੱਥਾ ਟੇਕਿਆ। ਤੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਜੋ ਤੁਕ ਆਉਂਦੀ ਹੈ ਨਾ ਸਾਧ ਸੰਗਤ ਜੀ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਜਿਹੜੀ ਗੁਰਬਾਣੀ ਦੀ ਤੁਕ ਹੈ ਸਤਿਗੁਰਾਂ ਨੇ ਉਚਾਰੀ ਤੇ ਕਹਿ ਦਿੱਤਾ ਕਿ ਸੰਮਣਾ ਤੇ ਮੂਸਣਾ ਨਾਲੇ ਤੁਹਾਡਾ ਲੋਕ ਸੌਰ ਗਿਆ, ਨਾਲੇ ਤੁਹਾਡਾ ਪਰਲੋਕ ਸੌਰ ਗਿਆ। ਤੇ ਸਾਧ ਸੰਗਤ ਜੀ ਇਹ ਹੈ ਸੰਮਣ ਤੇ ਮੂਸਣ ਜੀ ਨੂੰ ਕਥਾ। ਉਹਨਾਂ ਦੀ ਗੁਰਬਾਣੀ ਜਿਹੜੀ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1365 ਅੰਗ ਤੇ ਦਰਜ ਹੈ। ਚੌ ਬੋਲੇ ਮਹੱਲਾ ਪੰਜਵਾਂ। ਸੰਮਣ ਜੌਸ ਪ੍ਰੇਮ ਕੀ ਦਮ ਕਹ ਹੋਤੀ ਸਾਠ, ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਇਹ ਸੰਮਣ ਤੇ ਮੂਸਣ ਜੀ ਦੀ ਕਥਾ ਹੈ, ਜਿਨ੍ਹਾਂ ਦੀ ਗੁਰਬਾਣੀ ਸਤਿਗੁਰਾਂ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੈ। ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਲੀਸ਼ਾਨ ਗੁਰਦੁਆਰਾ ਹੈ, ਅੰਦਰ ਵੀ ਸੀਲਿੰਗ ਹੋਈ ਹੈ। ਇਹ ਸੇਵਾ ਦਾ ਕੰਮ ਚੱਲ ਰਿਹਾ ਹੈ। ਇਹ ਪਿੰਡ ਦਾ ਗੁਰਦੁਆਰਾ ਹੈ, ਪਿੰਡ ਦੀ ਪ੍ਰਬੰਧਕ ਕਮੇਟੀ ਹੈ ਉਹ ਚਲਾ ਰਹੀ ਹੈ। ਇੱਥੇ ਲੰਗਰ ਹਾਲ ਵੀ ਬਣਿਆ ਹੈ ਤੇ ਪਿੱਛੇ ਜੋ ਬਣਿਆ ਹੈ ਜਿੱਥੇ ਲੰਗਰ ਪੱਕਦਾ ਹੈ ਲੋਹਾ ਹੈ ਉਹ ਵੀ ਥਾਂ ਬਣਿਆ ਹੈ ਤੇ ਹੋਰ ਵੀ ਸੇਵਾਵਾਂ ਚੱਲ ਰਹੀਆਂ ਹਨ। ਤੇ ਸਤਿਗੁਰਾਂ ਦੀ ਮਹਾਨ ਕਿਰਪਾ ਹੈ ਜੋ ਪਿੰਡ ਦੀ ਪ੍ਰਬੰਧਕ ਕਮੇਟੀ ਹੈ ਉਹ ਜਿਹੜਾ ਸਾਰਾ ਹੀ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਲੰਗਰ ਹਾਰ ਦੀ ਸੇਵਾ ਵੀ ਚੱਲ ਰਹੀ ਹੈ। ਸਾਡੇ ਨਾਲ ਹੋਰ ਇੱਕ ਵੀਰ ਜੀ ਮੌਜੂਦ ਹੈ। ਵੀਰ ਜੀ ਕੀ ਨਾਂ ਤੁਹਾਡਾ ਜੀ? ਨਰਵੈਲ ਸਿੰਘ ਜੀ। ਨਰਵੈਲ ਸਿੰਘ ਕੀ ਕਹਿਣਾ ਚਾਹੁੰਦੇ ਹੋ? ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਚੱਲ ਰਹੀ ਹੈ। ਹਾਂਜੀ ਇਹ ਜੀ ਪ੍ਰਬੰਧਕ ਕਮੇਟੀ ਨਗਰ ਸ਼ਬਾਜਪੁਰ ਦੀ ਸਰਬੱਤ ਸਾਧ ਸੰਗਤ ਦੇ ਸੰਯੋਗ ਨਾਲ ਇੱਥੇ ਸੇਵਾ ਚੱਲ ਰਹੀ ਨੇ। ਲੰਗਰ ਹਾਲ ਜਿਹੜਾ ਉਹ ਸਾਡਾ ਤਿਆਰ ਹੋ ਚੁੱਕਾ ਵਾ। ਬਾਕੀ ਸੇਵਾਵਾਂ ਜਿਹੜੀਆਂ ਸੰਗਤ ਦੇ ਸੰਯੋਗ ਦੇ ਨਾਲ ਇਹ ਚੱਲ ਰਹੀਆਂ ਜੀ। ਗੁਰਦੁਆਰਾ ਸਾਹਿਬ ਦੀ ਆਪਣੀ ਹੀ ਪ੍ਰਬੰਧਕ ਕਮੇਟੀ ਹੈ? ਹਾਂਜੀ ਪ੍ਰਬੰਧਕ ਆਪਣੀ ਨਗਰ ਦੀ ਕਮੇਟੀ ਹੈ ਜੀ। ਇਹ ਸਾਰੀ ਸੰਯੋਗ ਕਮੇਟੀ ਦੇ ਨਾਲ ਹੀ ਡੇਰਾ ਆਪਣਾ ਜਿਹੜਾ ਦਾ ਸੰਗਤ ਦੇ ਸਿਰ ਤੇ ਜੀ ਚੱਲਦਾ ਜੀ। ਅਸੀਂ ਨਾ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਦਰਸ਼ਨ ਕਰਾਉਣ ਦੀ ਤੁਹਾਨੂੰ ਸੰਗਤਾਂ ਨੂੰ ਜ਼ਰੂਰ ਕੋਸ਼ਿਸ਼ ਕਰਾਂਗੇ। ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਵੀ ਦਰਵਾਜ਼ਾ ਖੋਲ ਕੇ ਆਪ ਅੰਦਰੋਂ ਸੰਗਤਾਂ ਨੂੰ ਦਰਸ਼ਨ ਕਰਵਾਉਣ ਗੁਰਦੁਆਰਾ ਸਾਹਿਬ ਦੇ, ਕਿਉਂਕਿ ਬੜਾ ਇਤਿਹਾਸਿਕ ਹੈ ਗੁਰਦੁਆਰਾ ਸਾਹਿਬ ਤੇ ਸੰਗਤਾਂ ਅੰਦਰੋਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ, ਕਿਤੇ ਅੰਦਰੋਂ ਦਰਸ਼ਨ ਕਰਨ ਤੋਂ ਸੰਗਤਾਂ ਵਾਂਝੀਆਂ ਨਾ ਰਹਿ ਜਾਣ। ਇਹ ਉਹ ਇਤਿਹਾਸ ਹੈ ਜੋ ਤੁਸੀਂ ਵੇਖ ਸਕਦੇ ਹੋ। ਦਰਬਾਰ ਦੇ ਬਾਹਰ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਲਿਖਿਆ ਹੋਇਆ ਹੈ ਅਤੇ ਅੰਦਰ ਤੁਸੀਂ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹੋ। ਤਸਵੀਰਾਂ ਲਗਾਤਾਰ ਤੁਸੀਂ ਬਾਜ ਦਰਸ਼ਨ ਟੀਵੀ ਤੇ ਵੇਖ ਰਹੇ ਹੋ। ਅਸੀਂ ਤੁਹਾਡੇ ਨਾਲ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਲੈ ਕੇ ਆਏ ਹਾਂ। ਇਤਿਹਾਸਿਕ ਗੁਰਦੁਆਰਾ ਸਾਹਿਬ ਇਹ ਬੜਾ ਪੁਰਾਣਾ ਇਤਿਹਾਸ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ ਅਤੇ ਅਸੀਂ ਲਗਾਤਾਰ ਬਾਜ ਦਰਸ਼ਨ ਟੀਵੀ ਦੇ ਉੱਤੇ ਤੁਹਾਡੇ ਨਾਲ ਇਤਿਹਾਸ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਹਾਂ ਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਹਮੇਸ਼ਾ ਹੀ ਤੁਹਾਨੂੰ ਜਾਣੂ ਕਰਵਾਉਂਦੇ ਰਹਿੰਦੇ ਆ। ਤੁਸੀਂ ਲਗਾਤਾਰ ਤਸਵੀਰਾਂ ਬਾਜ ਦਰਸ਼ਨ ਟੀਵੀ ਤੇ ਵੇਖ ਰਹੇ ਹੋ। ਇਹ ਗੁਰਦੁਆਰਾ ਸਾਹਿਬ ਦੇ ਅੰਦਰਲਾ ਦ੍ਰਿਸ਼ ਹੈ ਜਿੱਥੇ ਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਅਤੇ ਬੜੇ ਸਤਿਕਾਰ ਦੇ ਨਾਲ ਸੰਗਤਾਂ ਦੇ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਵੀ ਕੀਤੀ ਜਾਂਦੀ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸਮੇਂ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ। ਗੁਰਦੁਆਰਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਲੰਗਰ ਦੀ ਸੇਵਾ ਗੁਰਦੁਆਰਾ ਦੇ ਵਿੱਚ ਚੱਲ ਰਹੀ ਹੈ। ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ ਅਤੇ ਲੋੜ ਹੈ ਸੰਗਤਾਂ ਨੂੰ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਤਿਹਾਸਿਕ ਚੀਜ਼ਾਂ ਨੇ ਜੋ ਅਸੀਂ ਮੈਂ ਕੈਮਰਾ ਨੂੰ ਖੁਦਾਈ ਦੇ ਸਮੇਂ ਚੀਜ਼ਾਂ ਮਿਲੀਆਂ ਸਨ। ਤੁਸੀਂ ਵੇਖ ਸਕਦੇ ਹੋ ਇਹ ਉਹ ਚੀਜ਼ਾਂ ਨੇ ਜੋ ਗੁਰਦੁਆਰਾ ਸਾਹਿਬ ਨੂੰ ਜਦੋਂ ਬਣਾਇਆ ਗਿਆ ਖੁਦਾਈ ਦੇ ਸਮੇਂ ਇਤਿਹਾਸਿਕ ਚੀਜ਼ਾਂ ਮਿਲੀਆਂ ਸਨ। ਕੈਮਰਾਮੈਨ ਦੇ ਨਾਲ ਵਿਸ਼ਾਲ ਕਟਾਰੀਆ, ਬਾਜ ਦਰਸ਼ਨ ਟੀਵੀ, ਤਰਨਤਾਰਨ।